ਨਮਸਕਾਰ ਦੋਸਤੋ ਅਮੀਰ ਹੋਰ ਅਮੀਰ ਕਿਉਂ ਹੁੰਦਾ ਜਾ ਰਿਹਾ ਹੈ ਅਤੇ ਗਰੀਬ ਹੋਰ ਗਰੀਬ ਕਿਉਂ ਹੋ ਰਿਹਾ ਹੈ। ਅਗਰ ਇਸ ਦਾ ਉੱਤਰ ਬਲੈਕ ਮਨੀ ਨਹੀਂ ਹੈ ਤੇ ਫਿਰ ਇਸ ਦਾ ਸਹੀ ਉੱਤਰ ਕੀ ਹੈ। ਅਗਰ ਇਸ ਦਾ ਸਹੀ ਜਵਾਬ ਜਾਣਨਾ ਚਾਹੁੰਦੇ ਹੋ ਤੇ ਇਸ ਵੀਡੀਓ ਨੂੰ ਬਹੁਤ ਧਿਆਨ ਨਾਲ ਐਂਡ ਤੱਕ ਦੇਖੋ, ਕਿਉਂਕਿ ਇਸ ਤੋਂ ਤੁਹਾਨੂੰ ਇਹ ਪਤਾ ਚੱਲ ਜਾਵੇਗਾ ਕਿ ਅਮੀਰ ਲੋਕ ਐਸਾ ਕੀ ਕਰਦੇ ਹਨ ਜੋ ਉਹ ਅਮੀਰ ਹੋਰ ਅਮੀਰ ਹੁੰਦੇ ਜਾਂਦੇ ਹਨ ਅਤੇ ਗਰੀਬ ਲੋਕ ਐਸਾ ਕੀ ਕਰਦੇ ਹਨ ਜੋ ਉਹ ਗਰੀਬ ਹੋਰ ਜ਼ਿਆਦਾ ਗਰੀਬ ਹੁੰਦੇ ਜਾਂਦੇ ਹਨ। ਤੇ ਚਲੋ ਆਓ ਦੋਸਤੋ ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ। ਮੰਨ ਲਓ ਤੁਸੀਂ ਆਪਣੀ ਬਾਲਕੋਨੀ ਵਿੱਚ ਬੈਠੇ ਸਵੇਰੇ ਚਾਹ ਪੀ ਰਹੇ ਹੋ ਅਤੇ ਆਪਣਾ ਮੋਬਾਈਲ ਚਲਾ ਰਹੇ ਹੋ ਅਤੇ ਸੋਚ ਰਹੇ ਹੋ ਕਿ ਵਾਹ ਕਿੰਨੀ ਵਧੀਆ ਲਾਈਫ ਹੈ। ਉਸ ਦੌਰਾਨ ਤੁਹਾਡਾ ਪੈਸਾ ਤੁਹਾਡੇ ਕੋਲ ਆਉਂਦਾ ਹੈ ਤੇ ਤੁਹਾਨੂੰ ਝੂਠੇ ਸੁਪਨੇ ਵਿੱਚੋਂ ਬਾਹਰ ਕੱਢਦਾ ਹੋਇਆ ਬੋਲਦਾ ਹੈ ਕਿ ਚੱਲ ਹੁਣ ਉੱਠ ਤੇ ਕੰਮ ਤੇ ਜਾ ਅਤੇ ਪੈਸੇ ਕਮਾ। ਹੁਣ ਤੁਸੀਂ ਸੋਚਦੇ ਹੋਵੋਗੇ ਕਿ ਇਹ ਕੀ ਫालतू ਗੱਲ ਹੈ ਕਿ ਸਾਡਾ ਪੈਸਾ ਸਾਨੂੰ ਕਿਸ ਤਰ੍ਹਾਂ ਕੰਮ ਤੇ ਲਗਾ ਸਕਦਾ ਹੈ। ਅਗਰ ਤੁਸੀਂ ਇਹ ਸੋਚਦੇ ਹੋ ਕਿ ਪੈਸਾ ਸਾਨੂੰ ਕੰਮ ਤੇ ਨਹੀਂ ਲਗਾਉਂਦਾ ਤਾਂ ਤੁਸੀਂ ਦੋਸਤੋ ਬਿਲਕੁਲ ਗਲਤ ਸੋਚ ਰਹੇ ਹੋ। ਰਿਚ ਡੈਡ ਪੂਅਰ ਡੈਡ ਦੇ ਆਥਰ ਰਾਬਰਟ ਕਿਯੋਸਾਕੀ ਕਹਿੰਦੇ ਹਨ, ਦੁਨੀਆ ਵਿੱਚ ਮੈਕਸਿਮਮ ਲੋਕਾਂ ਨੂੰ ਪੈਸੇ ਨੇ ਕੰਮ ਤੇ ਲਗਾ ਰੱਖਿਆ ਹੈ। ਕੀ ਤੁਸੀਂ ਹਰ ਰੋਜ਼ ਸਵੇਰੇ ਉੱਠ ਕੇ ਪੈਸੇ ਕਮਾਉਣ ਲਈ ਕੰਮ ਤੇ ਜਾਂਦੇ ਹੋ ਜਾਂ ਨਹੀਂ? ਕੀ ਇੱਕ ਮਜ਼ਦੂਰ ਆਪਣੇ ਖਾਣੇ ਦਾ ਡੱਬਾ ਲੈ ਕੇ ਦਿਹਾੜੀ ਮਜ਼ਦੂਰੀ ਕਰਨ ਜਾਂਦਾ ਹੈ ਜਾਂ ਨਹੀਂ? ਆਖਰ ਅਸੀਂ ਸਾਰੇ ਪੈਸਾ ਕਮਾਉਣ ਲਈ ਹੀ ਤੇ ਕੰਮ ਕਰਨ ਲਈ ਬਾਹਰ ਜਾਂਦੇ ਹਾਂ। ਬੇਸ਼ੱਕ ਉਹ ਕੰਮ ਸਾਨੂੰ ਪਸੰਦ ਹੋਵੇ ਜਾਂ ਨਾ ਹੋਵੇ, ਕੰਮ ਤੇ ਤਾਂ ਜਾਣਾ ਹੀ ਪੈਂਦਾ ਹੈ। ਅਗਰ ਇਸ ਦੇ ਉਲਟ ਪੈਸੇ ਨੂੰ ਅਸੀਂ ਕੰਮ ਤੇ ਲਗਾਇਆ ਹੁੰਦਾ ਤਾਂ ਕੀ ਫਿਰ ਵੀ ਸਾਨੂੰ ਹਰ ਰੋਜ਼ ਕੰਮ ਤੇ ਜਾਣਾ ਪੈਂਦਾ? ਸ਼ਾਇਦ ਬਿਲਕੁਲ ਵੀ ਨਹੀਂ। ਤਾਂ ਫਿਰ ਪੈਸਾ ਰਿਐਲਿਟੀ ਵਿੱਚ ਤਾਂ ਨਹੀਂ ਉੱਠ ਕੇ ਬੋਲਦਾ ਕਿ ਮੈਨੂੰ ਕੰਮ ਤੇ ਲਗਾ, ਪਰ ਇਹ ਸਭ ਆਪਾਂ ਪੈਸੇ ਕਮਾਉਣ ਲਈ ਹੀ ਤਾਂ ਕਰਦੇ ਹਾਂ। ਅਸਲ ਵਿੱਚ ਪੈਸੇ ਨੇ ਸਾਨੂੰ ਕੰਮ ਤੇ ਲਗਾ ਰੱਖਿਆ ਹੈ, ਪਰ ਪੈਸੇ ਨੂੰ ਅਸੀਂ ਨਹੀਂ। ਫਿਰ ਤੁਸੀਂ ਦੋਸਤੋ ਐਸਾ ਕੀ ਕਰੀਏ ਕਿ ਸਾਨੂੰ ਪੈਸੇ ਨੂੰ ਅਸੀਂ ਕੰਮ ਤੇ ਲਗਾਈਏ? ਤਾਂ ਉਸ ਦਾ ਜਵਾਬ ਹੈ ਫਾਈਨੈਂਸ਼ੀਅਲ ਐਜੂਕੇਸ਼ਨ। ਰਿਚ ਡੈਡ ਪੂਅਰ ਡੈਡ ਬਾਈ ਰਾਬਰਟ ਕਿਯੋਸਾਕੀ ਦੀ ਬੁੱਕ ਨਾ ਜਾਣੇ ਕਿੰਨਿਆਂ ਕੁ ਦੀ ਲਾਈਫ ਨੂੰ ਚੇਂਜ ਕਰ ਚੁੱਕੀ। ਇਸ ਵਿੱਚ ਆਥਰ ਨੇ ਇੱਕ ਬਹੁਤ ਖਾਸ ਗੱਲ ਕਹੀ ਹੈ ਕਿ ਸਾਨੂੰ ਸਕੂਲ ਵਿੱਚ, ਕਾਲਜ ਵਿੱਚ, ਘਰ ਵਿੱਚ ਦੁਨੀਆ ਭਰ ਦੀ ਫਾਰਮਲ ਐਜੂਕੇਸ਼ਨ ਤਾਂ ਬਹੁਤ ਦਿੱਤੀ ਜਾਂਦੀ ਹੈ ਕਿ ਅੱਛੇ ਮਾਰਕਸ ਕਿੱਦਾਂ ਲੈਣੇ ਹਨ, ਮਾਰਕੀਟ ਵਿੱਚ ਵਧੀਆ ਡਿਗਰੀ ਕਿਹੜੀ ਹੈ, ਪਰ ਲਾਈਫ ਦੀ ਸਭ ਤੋਂ ਇੰਪੋਰਟੈਂਟ ਐਜੂਕੇਸ਼ਨ ਫਾਈਨੈਂਸ਼ੀਅਲ ਐਜੂਕੇਸ਼ਨ ਬਾਰੇ ਸਾਨੂੰ ਕੋਈ ਵੀ ਨਹੀਂ ਸਿਖਾਉਂਦਾ। ਅਗਰ ਦੇਖਿਆ ਜਾਵੇ ਕਿ ਅੱਛੀ ਪੜ੍ਹਾਈ ਆਖਰ ਕਿਉਂ ਕਰਨੀ ਹੈ, ਇਸ ਦਾ ਡੈਸਟੀਨੇਸ਼ਨ ਆਖਰ ਤਾਂ ਪੈਸਾ ਹੀ ਤੇ ਹੈ, ਫਿਰ ਕਿਉਂ ਕੋਈ ਡਾਇਰੈਕਟ ਫਾਈਨੈਂਸ਼ੀਅਲ ਐਜੂਕੇਸ਼ਨ ਨਹੀਂ ਸਿਖਾਉਂਦਾ। ਸੋ ਇਸ ਪ੍ਰੋਬਲਮ ਨੂੰ ਦੇਖਦੇ ਹੋਏ ਰਾਬਰਟ ਕਿਯੋਸਾਕੀ ਨੇ ਇਹ ਕਿਤਾਬ ਲਿਖੀ ਕਿ ਜਿਸ ਨੂੰ ਫਾਈਨੈਂਸ਼ੀਅਲ ਐਜੂਕੇਸ਼ਨ ਬਾਰੇ ਕੁਝ ਵੀ ਨਹੀਂ ਪਤਾ ਹੋਵੇ ਉਹ ਇਸ ਬੁੱਕ ਨੂੰ ਪੜ੍ਹ ਕੇ ਜਾਣ ਸਕੇ ਕਿ ਕੀ ਹੈ ਫਾਈਨੈਂਸ਼ੀਅਲ ਐਜੂਕੇਸ਼ਨ। ਸੋ ਦੋਸਤੋ ਅੱਜ ਮੈਂ ਇਸ ਬੁੱਕ ਦੀ ਇੱਕ ਸਮਰੀ ਤੁਹਾਨੂੰ ਦੱਸਣ ਜਾ ਰਿਹਾ ਹਾਂ। ਦੋਸਤੋ ਰਾਬਰਟ ਬੋਲਦੇ ਹਨ ਕਿ ਪੈਸੇ ਨੂੰ ਜਾਣਨ ਲਈ ਤੁਹਾਨੂੰ ਇੱਕ ਇਹ ਸਮਝਣਾ ਹੋਵੇਗਾ ਕਿ ਦੁਨੀਆ ਵਿੱਚ 3 ਤਰ੍ਹਾਂ ਦੇ ਲੋਕ ਹੁੰਦੇ ਹਨ। ਪਹਿਲੇ ਪੂਅਰ ਪੀਪਲ, ਦੂਸਰੇ ਮਿਡਲ ਕਲਾਸ, ਤੀਸਰੇ ਰਿਚ ਪੀਪਲ। ਇਹ ਸਭ ਆਪਣੇ ਕੈਸ਼ ਫਲੋ ਦੇ ਕਾਰਨ ਹੀ ਇਹਨਾਂ ਕੈਟੇਗਰੀਜ਼ ਦੇ ਵਿੱਚ ਆਉਂਦੇ ਹਨ। ਆਓ ਸਮਝਦੇ ਹਾਂ। ਫਸਟ, ਪੂਅਰ ਪੀਪਲ ਕੈਟੇਗਰੀ ਦੇ ਲੋਕ ਬਹੁਤ ਮਿਹਨਤ ਕਰਦੇ ਹਨ ਅਤੇ ਬਹੁਤ ਮੁਸ਼ਕਲ ਨਾਲ ਪੈਸਾ ਕਮਾਉਂਦੇ ਹਨ ਅਤੇ ਜੋ ਵੀ ਇਹ ਪੈਸਾ ਕਮਾਉਂਦੇ ਹਨ ਉਸ ਨਾਲ ਇਹਨਾਂ ਦਾ ਰੋਜ਼ ਦਾ ਗੁਜ਼ਾਰਾ ਵੀ ਬਹੁਤ ਮੁਸ਼ਕਲ ਨਾਲ ਚੱਲਦਾ ਹੈ। ਮਤਲਬ ਉਸ ਪੈਸੇ ਨਾਲ ਇਹਨਾਂ ਦੀਆਂ ਜ਼ਰੂਰਤਾਂ ਵੀ ਬਹੁਤ ਮੁਸ਼ਕਲ ਨਾਲ ਪੂਰੀਆਂ ਹੁੰਦੀਆਂ ਹਨ। ਇਸ ਕਰਕੇ ਇਹ ਲੋਕ ਨਾ ਕੋਈ ਐਸੈਟ ਕ੍ਰੀਏਟ ਕਰ ਪਾਉਂਦੇ ਹਨ ਅਤੇ ਨਾ ਹੀ ਕਿਤੇ ਇਨਵੈਸਟ ਕਰ ਪਾਉਂਦੇ ਹਨ, ਜਿਸ ਕਰਕੇ ਇਹ ਗਰੀਬ ਲੋਕ ਹੋਰ ਜ਼ਿਆਦਾ ਗਰੀਬ ਹੁੰਦੇ ਜਾਂਦੇ ਹਨ। ਦੂਸਰੇ ਨੰਬਰ ਤੇ ਆਉਂਦੇ ਹਨ ਮਿਡਲ ਕਲਾਸ ਲੋਕ। ਇਹਨਾਂ ਦੀ ਇਨਕਮ ਪੂਅਰ ਪੀਪਲ ਤੋਂ ਥੋੜੀ ਜ਼ਿਆਦਾ ਹੁੰਦੀ ਹੈ, ਜਿਸ ਨਾਲ ਇਹ ਆਪਣਾ ਖਰਚਾ ਆਸਾਨੀ ਨਾਲ ਚਲਾ ਲੈਂਦੇ ਹਨ ਅਤੇ ਇਸ ਦੇ ਆਧਾਰ ਤੇ ਹੀ ਇਹ ਆਪਣੇ ਬਾਕੀ ਖਰਚੇ ਕਰਦੇ ਹਨ, ਜਿੱਦਾਂ ਆਪਣੇ ਹੋਮ ਲੋਨ ਜਾਂ ਪਰਸਨਲ ਲੋਨ ਦੀਆਂ ਕਿਸ਼ਤਾਂ ਵਗੈਰਾ ਦੇਣੀਆਂ। ਉਸ ਤੋਂ ਬਾਅਦ ਇਹਨਾਂ ਕੋਲ ਅਗਰ ਕੋਈ ਪੈਸਾ ਬਚਦਾ ਹੈ ਤਾਂ ਇਹ ਉਸ ਨੂੰ FD ਦੇ ਵਿੱਚ ਕਨਵਰਟ ਕਰ ਦਿੰਦੇ ਹਨ। ਇਹ ਲੋਕ ਪੂਅਰ ਪੀਪਲ ਲੋਕਾਂ ਤੋਂ ਤਾਂ ਠੀਕ ਹੁੰਦੇ ਹਨ, ਪਰ ਇਹ ਲਾਈਫ ਟਾਈਮ ਮਿਡਲ ਕਲਾਸ ਹੀ ਰਹਿ ਜਾਂਦੇ ਹਨ, ਕਿਉਂਕਿ ਇਹਨਾਂ ਨੇ ਆਪਣੇ ਉੱਪਰ ਫਾਲਤੂ ਦੀਆਂ ਲਾਇਬਿਲਿਟੀਜ਼ ਬਹੁਤ ਪਾਈਆਂ ਹੁੰਦੀਆਂ ਹਨ, ਜਿਸ ਨਾਲ ਇਹ
ਕਰਜ਼ ਦੇ ਬੋਝ ਦੇ ਥੱਲਿਓਂ ਨਿਕਲ ਨਹੀਂ ਪਾਉਂਦੇ, ਜਿਸ ਕਰਕੇ ਇਹ ਸਾਰੀ ਉਮਰ ਇਹ ਆਪਣੇ ਆਪ ਨੂੰ ਘਿਸਦੇ ਰਹਿੰਦੇ ਹਨ। ਹੁਣ ਆਉਂਦੇ ਹਨ ਤੀਸਰੇ ਕੈਟੇਗਰੀ ਦੇ ਲੋਕ, ਰਿਚ ਪੀਪਲ। ਇਹ ਲੋਕ ਜੋ ਵੀ ਪੈਸਾ ਕਮਾਉਂਦੇ ਹਨ ਉਸ ਪੈਸੇ ਨੂੰ ਇਹ ਕੰਮ ਤੇ ਲਗਾਉਂਦੇ ਹਨ ਅਤੇ ਉਸ ਪੈਸੇ ਤੋਂ ਮਿਲੇ ਰਿਟਰਨ ਤੋਂ ਆਪਣਾ ਖਰਚਾ ਚਲਾਉਂਦੇ ਹਨ। ਇਹ ਬਹੁਤ ਸਮਾਰਟ ਲੋਕ ਹੁੰਦੇ ਹਨ। ਇਹਨਾਂ ਉੱਪਰ ਕਿਸੇ ਤਰ੍ਹਾਂ ਦੀ ਕੋਈ ਲਾਇਬਿਲਿਟੀਜ਼ ਨਹੀਂ ਹੁੰਦੀ, ਜਿਸ ਕਰਕੇ ਇਹ ਆਪਣੇ ਪੈਸੇ ਨੂੰ ਕੰਮ ਤੇ ਲਗਾਉਂਦੇ ਹਨ, ਮਤਲਬ ਇਨਵੈਸਟ ਕਰਦੇ ਹਨ, ਜਿਸ ਨਾਲ ਇਹਨਾਂ ਦਾ ਪੈਸਾ ਗਰੋ ਹੁੰਦਾ ਜਾਂਦਾ ਹੈ। ਇਹਨਾਂ ਨੂੰ ਰੋਜ਼ ਸੋਚਣ ਦੀ ਲੋੜ ਨਹੀਂ ਪੈਂਦੀ ਕਿ ਅੱਜ ਪੈਸਾ ਕਿਸ ਤਰ੍ਹਾਂ ਕਮਾਉਣਾ ਹੈ। ਇਸ ਕਰਕੇ ਇਹ ਆਰਾਮਦਾਇਕ ਜ਼ਿੰਦਗੀ ਜਿਉਂਦੇ ਹਨ। ਦੋਸਤੋ, ਸਾਨੂੰ ਹੁਣ ਇਹ ਸਮਝ ਆ ਗਈ ਹੈ ਕਿ ਤਿੰਨੋਂ ਕੈਟੇਗਰੀਜ਼ ਆਪਣੇ ਆਪਣੇ ਕੈਸ਼ ਫਲੋ ਕਾਰਨ ਗਰੀਬ ਅਤੇ ਅਮੀਰ ਹੁੰਦੇ ਹਨ। ਹੁਣ ਆਪਾਂ ਜਾਣਦੇ ਹਾਂ ਕਿ ਅਮੀਰ ਹੋਰ ਜ਼ਿਆਦਾ ਅਮੀਰ ਕਿਸ ਤਰ੍ਹਾਂ ਹੁੰਦੇ ਹਨ। ਸੋ ਪਹਿਲਾ ਹੈ ਕਿ ਇਹ ਅਮੀਰ ਲੋਕ ਜਾਣਦੇ ਹਨ ਕਿ ਇਹ ਪੈਸਾ ਕੰਮ ਕਿੱਦਾਂ ਕਰਦਾ ਹੈ। ਆਥਰ ਕਹਿੰਦੇ ਹਨ ਕਿ ਇਹ ਡਿਪੈਂਡ ਕਰਦਾ ਹੈ ਤੁਹਾਡੇ ਪੈਸੇ ਲਈ IQ ਲੈਵਲ ਕਿੱਦਾਂ ਦਾ ਹੈ, ਮਤਲਬ ਤੁਸੀਂ ਪੈਸੇ ਨੂੰ ਕਿਸ ਤਰ੍ਹਾਂ ਖਰਚ ਕਰਦੇ ਹੋ, ਸੇਵਿੰਗ ਕਰਦੇ ਹੋ, ਇਨਵੈਸਟ ਕਰਦੇ ਹੋ ਅਤੇ ਆਪਣਾ ਫਾਈਨੈਂਸ਼ੀਅਲ IQ ਲੈਵਲ ਵਧਾਉਣ ਲਈ ਹਰ ਦਿਨ ਇਸ ਬਾਰੇ ਸਿੱਖਦੇ ਰਹਿੰਦੇ ਹਨ। ਇਸ ਦੇ ਉਲਟ ਗਰੀਬ ਲੋਕ ਇਸ ਵਿੱਚ ਕਾਫੀ ਪਿੱਛੇ ਰਹਿ ਜਾਂਦੇ ਹਨ। ਗਰੀਬ ਲੋਕ ਜਾਂ ਮਿਡਲ ਕਲਾਸ ਸਿਰਫ ਫਾਰਮਲ ਐਜੂਕੇਸ਼ਨ ਲੈਣ ਲਈ ਹੀ ਜ਼ੋਰ ਲਗਾਉਂਦੇ ਰਹਿੰਦੇ ਹਨ, ਜਿਸ ਕਰਕੇ ਉਹ ਗਰੀਬ ਰਹਿ ਜਾਂਦੇ ਹਨ। ਉਹਨਾਂ ਦੀ ਸੋਚ ਹੁੰਦੀ ਹੈ ਇੱਕ ਅੱਛੀ ਨੌਕਰੀ ਪਾਉਣੀ, ਉਸ ਨੌਕਰੀ ਦੇ ਪੈਸੇ ਨਾਲ ਘਰ ਚਲਾਉਣਾ, ਥੋੜ੍ਹਾ ਸੇਵਿੰਗ ਕਰਨਾ, ਕੁਛ ਲੋਨ ਚੁਕਾਉਣੇ ਅਤੇ ਕੁਛ ਪੈਸਾ ਆਪਣੀ 60 ਸਾਲ ਦੀ ਉਮਰ ਤੱਕ ਬਚਾ ਕੇ ਰੱਖਣਾ, ਜਿਸ ਨਾਲ ਉਹ ਆਪਣੀਆਂ ਦਵਾਈਆਂ ਦਾ ਅਤੇ ਹਸਪਤਾਲ ਦੇ ਬਿੱਲ ਚੁਕਾ ਸਕਣ। ਇਹ ਨੌਲੇਜ ਉਹ ਆਪਣੇ ਬੱਚਿਆਂ ਨੂੰ ਵੀ ਪੀੜ੍ਹੀ ਦਰ ਪੀੜ੍ਹੀ ਦਿੰਦੇ ਰਹਿੰਦੇ ਹਨ। ਹੁਣ ਇੱਥੇ ਸਾਨੂੰ ਸਮਝ ਆਉਂਦੀ ਹੈ ਕਿ ਲੈਕ ਆਫ ਫਾਈਨੈਂਸ਼ੀਅਲ ਐਜੂਕੇਸ਼ਨ ਦੀ ਵਜ੍ਹਾ ਕਰਕੇ ਗਰੀਬ ਹੋਰ ਗਰੀਬ ਹੋ ਜਾਂਦੇ ਹਨ। ਆਥਰ ਇੱਥੇ ਇੱਕ ਗੱਲ ਹੋਰ ਸਮਝਾਉਂਦੇ ਹਨ ਕਿ ਕੁਝ ਲੋਕ ਗਰੀਬ ਹੋਣ ਦੇ ਬਾਵਜੂਦ ਆਪਣੇ ਆਪ ਨੂੰ ਫਾਈਨੈਂਸ਼ੀਅਲ ਨੌਲੇਜ ਦੇਣ ਲਈ ਬੁੱਕਸ ਪੜ੍ਹਦੇ ਹਨ, ਅੱਗੇ ਗਰੋ ਕਰਨ ਲਈ ਸਿੱਖਦੇ ਹਨ, ਕੁਝ ਗਲਤੀਆਂ ਕਰਕੇ ਉਹਨਾਂ ਗਲਤੀਆਂ ਤੋਂ ਸਿੱਖਦੇ ਹਨ, ਜਿਸ ਕਰਕੇ ਉਹ ਗਰੀਬ ਕੈਟੇਗਰੀ ਤੋਂ ਅਮੀਰ ਕੈਟੇਗਰੀ ਵਿੱਚ ਜੰਪ ਕਰ ਜਾਂਦੇ ਹਨ। ਉਹ ਇਹੀ ਨੌਲੇਜ ਫਿਰ ਆਪਣੇ ਬੱਚਿਆਂ ਨਾਲ ਵੀ ਸ਼ੇਅਰ ਕਰਦੇ ਹਨ, ਜਿਸ ਨਾਲ ਉਹ ਪੀੜ੍ਹੀ ਦਰ ਪੀੜ੍ਹੀ ਅਮੀਰ ਹੁੰਦੇ ਹਨ। ਦੂਸਰਾ ਹੈ ਕਿ ਅਮੀਰ ਹੋਰ ਅਮੀਰ ਕਿੱਦਾਂ ਹੁੰਦੇ ਜਾਂਦੇ ਹਨ। ਉਹ ਹੈ ਟੈਕਸ ਗੇਮ, ਜਾਣੀ ਅਮੀਰ ਲੋਕ ਟੈਕਸ ਦੇ ਗੇਮ ਨੂੰ ਬਹੁਤ ਅੱਛੇ ਨਾਲ ਖੇਲਦੇ ਹਨ। 12 ਸਾਲ ਦੀ ਉਮਰ ਵਿੱਚ ਰਾਬਰਟ ਆਪਣੇ ਰਿਚ ਡੈਡ ਨਾਲ ਇੱਕ ਬੀਚ ਤੇ ਘੁੰਮ ਰਹੇ ਸੀ ਤਾਂ ਉਸਦੇ ਰਿਚ ਡੈਡ ਨੇ ਕਿਹਾ ਕਿ ਰਾਬਰਟ, ਇਹ ਜਿਹੜਾ ਇੰਨਾ ਵੱਡਾ ਘਰ ਹੈ ਉਹ ਮੈਂ ਖਰੀਦਿਆ ਹੈ। ਇਹ ਸੁਣ ਕੇ ਰਾਬਰਟ ਹੈਰਾਨ ਸੀ ਕਿ ਇੰਨਾ ਮਹਿੰਗਾ ਘਰ ਉਸਦੇ ਪਿਤਾ ਨੇ ਕਿੱਦਾਂ ਖਰੀਦਿਆ, ਕਿਉਂਕਿ ਉਹ ਉਸ ਟਾਈਮ ਇੰਨੇ ਵੀ ਅਮੀਰ ਨਹੀਂ ਸੀ ਕਿ ਉਹ ਘਰ ਖਰੀਦ ਸਕਣ। ਰਾਬਰਟ ਨੇ ਆਪਣੇ ਰਿਚ ਡੈਡ ਤੋਂ ਪੁੱਛਿਆ ਕਿ ਇਹ ਤੁਸੀਂ ਕਿਸ ਤਰ੍ਹਾਂ ਖਰੀਦਿਆ, ਤਾਂ ਉਸਨੇ ਕਿਹਾ ਕਿ ਮੈਂ ਇਹ ਅਫੋਰਡ ਨਹੀਂ ਕਰ ਸਕਦਾ ਸੀ, ਪਰ ਮੇਰੀ ਕੰਪਨੀ ਤਾਂ ਇਹ ਅਫੋਰਡ ਕਰ ਸਕਦੀ ਸੀ। ਹੁਣ ਇੱਥੇ ਦਿਲਚਸਪ ਗੱਲ ਇਹ ਸੀ ਕਿ ਆਥਰ ਦੇ ਜੋ ਰੀਅਲ ਡੈਡ ਸੀ, ਪੂਅਰ ਡੈਡ, ਉਹਨਾਂ ਦੀ ਇੱਕ ਅੱਛੀ ਨੌਕਰੀ ਸੀ ਤੇ ਉਹਨਾਂ ਦੀ ਉਸ ਵਕਤ ਅੱਛੀ ਸੈਲਰੀ ਵੀ ਸੀ। ਪਰ ਰਿਚ ਡੈਡ ਆਥਰ ਦੇ ਰੀਅਲ ਡੈਡ ਮਤਲਬ ਪੂਅਰ ਡੈਡ ਦੇ ਬਾਰੇ ਬੋਲਦੇ ਹਨ ਕਿ ਉਹ ਇਸ ਘਰ ਨੂੰ ਕਦੀ ਵੀ ਖਰੀਦ ਨਹੀਂ ਸਕਦੇ ਸੀ। ਐਸਾ ਕਿਉਂ ਸੀ? ਕਿਉਂਕਿ ਇਸ ਦੇ ਪਿੱਛੇ ਦਾ ਰੀਜ਼ਨ ਸੀ ਟੈਕਸ। ਆਥਰ ਇਸ ਬੁੱਕ ਵਿੱਚ ਮੇਨਲੀ 3 ਤਰ੍ਹਾਂ ਦੀ ਇਨਕਮ ਬਾਰੇ ਦੱਸਦੇ ਹਨ। ਪਹਿਲੀ ਹੈ ਆਰਡੀਨਰੀ ਇਨਕਮ। ਇਹ ਹੁੰਦੀ ਹੈ ਤੁਹਾਡੀ ਕਮਾਈ ਹੋਈ ਇਨਕਮ, ਜੋ ਵੀ ਤੁਸੀਂ ਜੌਬ ਕਰਦੇ ਹੋਏ ਜਾਂ ਸੈਲਫ ਇੰਪਲਾਇਡ ਇਨਕਮ ਵਿੱਚ ਕਮਾਉਂਦੇ ਹੋ। ਦੂਸਰੀ ਹੁੰਦੀ ਹੈ ਪੋਰਟਫੋਲੀਓ ਇਨਕਮ। ਇਸ ਵਿੱਚ ਕਮਾਏ ਹੋਏ ਪੈਸੇ ਦਾ ਇੰਟਰਸਟ ਮਿਲਦਾ ਹੈ। ਤੀਸਰੀ ਹੁੰਦੀ ਹੈ ਪੈਸਿਵ ਇਨਕਮ। ਇਸ ਵਿੱਚ ਤੁਹਾਨੂੰ ਬਿਨਾਂ ਕੰਮ ਕੀਤੇ ਵੀ ਪੈਸਾ ਆਉਂਦਾ ਰਹਿੰਦਾ ਹੈ, ਜਿੱਦਾਂ ਕਿਸੇ ਪ੍ਰਾਪਰਟੀ ਦਾ ਰੈਂਟ ਵਗੈਰਾ ਆਉਣਾ। ਆਥਰ ਮੁਤਾਬਕ ਕੋਈ ਵੀ ਆਰਡੀਨਰੀ ਇਨਕਮ ਨਾਲ ਅਮੀਰ ਨਹੀਂ ਹੋ ਸਕਦਾ, ਕਿਉਂਕਿ ਸਭ ਤੋਂ ਜ਼ਿਆਦਾ ਟੈਕਸ ਸਾਨੂੰ ਇਸ ਆਰਡੀਨਰੀ ਇਨਕਮ ਉੱਪਰ ਹੀ ਦੇਣਾ ਹੁੰਦਾ ਹੈ। ਦੋਸਤੋ, ਅਗਰ ਤੁਸੀਂ ਅਮੀਰ ਹੋਣਾ ਹੈ ਤਾਂ ਤੁਹਾਨੂੰ ਬਾਕੀ 2 ਇਨਕਮ ਨੂੰ ਗਰੋ ਕਰਨ ਵੱਲ ਧਿਆਨ ਦੇਣਾ ਪਵੇਗਾ। ਆਥਰ ਦੇ ਪੂਅਰ ਡੈਡ ਇੱਕ ਜੌਬ ਕਰਦੇ ਸੀ, ਜਿਸ ਕਰਕੇ ਉਹਨਾਂ ਦੀ ਆਰਡੀਨਰੀ ਇਨਕਮ ਦਾ ਇੱਕ ਵੱਡਾ ਹਿੱਸਾ ਟੈਕਸ ਵਿੱਚ ਚਲਾ ਜਾਂਦਾ ਸੀ, ਜਿਸ ਕਰਕੇ ਉਹ ਕਦੀ ਵੀ ਅਮੀਰ ਨਹੀਂ ਬਣ ਪਾਏ। ਦੂਸਰੀ ਤਰਫ ਰਿਚ ਡੈਡ ਕਈ ਬਿਜ਼ਨਸ ਨੂੰ ਅਤੇ ਕਈ ਐਸੈਟ ਨੂੰ ਅਰਨ ਕਰਦੇ ਸੀ, ਜਿਸ ਨਾਲ ਉਹਨਾਂ ਨੂੰ ਪੋਰਟਫੋਲੀਓ ਅਤੇ ਪੈਸਿਵ ਇਨਕਮ ਮਿਲਦੀ ਹੈ। ਉੱਥੇ ਉਹਨਾਂ ਨੂੰ ਕਮ ਸੇ ਕਮ ਟੈਕਸ ਦੇਣਾ ਹੁੰਦਾ ਹੈ।
ਆਥਰ ਦੱਸਦੇ ਹਨ ਕਿ ਜਦੋਂ ਤੁਸੀਂ ਇੱਕ ਅੱਛੀ ਐਸਟ ਬਿਲਡ ਕਰ ਲੈਂਦੇ ਹੋ ਜਿਸ ਨਾਲ ਤੁਹਾਡਾ ਪੋਰਟਫੋਲੀਓ ਜਨਰੇਟ ਹੁੰਦਾ ਹੈ, ਫਿਰ ਤੁਸੀਂ ਉਸ ਐਸਟ ਨਾਲ ਹੋਰ ਐਸਟ ਬਿਲਡ ਕਰਨਾ ਹੈ ਜਿਸ ਨਾਲ ਤੁਹਾਡਾ ਪੋਰਟਫੋਲੀਓ ਹੋਰ ਸਟਰੋਂਗ ਹੋ ਜਾਵੇਗਾ। ਇਸ ਤਰ੍ਹਾਂ ਫਿਰ ਤੀਸਰਾ ਐਸਟ ਬਿਲਡ ਕਰਨਾ ਹੈ। ਇਸ ਤਰ੍ਹਾਂ ਤੁਹਾਡਾ ਕੈਸ਼ ਫਲੋ ਵੱਧਦਾ ਜਾਵੇਗਾ। ਸੋ ਸਭ ਤੋਂ ਪਹਿਲਾਂ ਪੈਸੇ ਨੂੰ ਕੰਪਾਊਂਡ ਕਰਨ ਦੀ ਬਜਾਏ ਐਸਟ ਨੂੰ ਕੰਪਾਊਂਡ ਕਰੋ। ਸੋ ਆਥਰ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਐਸਟ ਜਾਂ ਇਨਵੈਸਟਮੈਂਟ ਕ੍ਰੀਏਟ ਕਰੋ ਜਿਸ ਵਿੱਚ ਘੱਟ ਤੋਂ ਘੱਟ ਟੈਕਸ ਪੇ ਕਰਨਾ ਪਵੇ। ਸੋ ਦੋਸਤੋ, ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਸਾਨੂੰ ਲਾਇਬਿਲਿਟੀਜ਼ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਅਤੇ ਐਸਟ ਖਰੀਦਦੇ ਰਹਿਣਾ ਚਾਹੀਦਾ ਹੈ, ਜਿਸ ਨਾਲ ਤੁਹਾਡੀ ਅਮੀਰੀ ਹੋਰ ਜ਼ਿਆਦਾ ਅਮੀਰੀ ਹੁੰਦੀ ਜਾਵੇ ਤੇ ਤੁਸੀਂ ਹੋਰ ਜ਼ਿਆਦਾ ਅਮੀਰ ਤੋਂ ਅਮੀਰ ਹੁੰਦੇ ਜਾਓ। ਧੰਨਵਾਦ ਦੋਸਤੋ। ਗੋਡ ਬਲੈਸ ਯੂ।